ਅਸੀਂ ਇਹ ਕਾਲ ਇਸ ਕਰਕੇ ਕੀਤੀ ਗਈ ਸੀ ਕਿ ਤਾਂ ਜੋ ਸਰਕਾਰ ਨੂੰ ਦੱਸਿਆ ਜਾ ਸਕੇ ਵੀ ਇਹ ਜਿਹੜਾ ਸੰਘਰਸ਼ ਹੈ ਇਹ ਤੇਜ਼ ਹੋ ਰਿਹਾ ਦਿਨ ਪ੍ਰਤੀ ਦਿਨ। ਤੇ ਸੋ ਇਸ ਕਰਕੇ ਸਾਰੇ ਧਰਨੇ ਲਾਏ ਗਏ ਹੈ, ਜਿਹਦੇ ਵਿੱਚ ਵੇਖੋ ਤੁਸੀਂ ਠਾਠਾ ਮਾਰਦਾ ਇਕੱਠ, ਜਿੰਨੇ ਜਮਹੂਰੀ ਲੋਕ ਸੀਗੇ। ਸ਼੍ਰੀ ਮੁਕਤਸਰ ਸਾਹਿਬ ਦੇ ਮੁਕਤਸਰ ਜ਼ਿਲ੍ਹੇ ਦਾ ਇਕੱਠ ਹੈ, ਜਿਹਦੇ ਵਿੱਚ ਸਾਰੇ ਜਿੰਨੇ ਕਿਸੇ ਧਰਮ ਨਾਲ ਰਿਲੇਟਡ ਸੀ ਬੰਦਾ, ਕੋਈ ਕਿਸੇ ਧਾਰਮਿਕ ਸੰਸਥਾ ਨਾਲ, ਸਾਰੇ ਇੱਥੇ ਸ਼ਮੂਲੀਅਤ ਕਰਨ ਆਏ ਹੈ। ਬੀਜੇਪੀ ਦਾ ਕਹਿਣਾ ਵੀ ਜਿਹੜੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ ਉਹ ਕਾਂਗਰਸ ਕਰ ਰਹੀ ਹੈ, ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਨਹੀਂ ਦੇਖੋ, ਕਿਸਾਨਾਂ ਨੂੰ ਕੋਈ ਗੁੰਮਰਾਹ ਨਹੀਂ ਕਰ ਸਕਦਾਗਾ। ਕਿਸਾਨ ਹੈ ਜਿਹੜੇ ਹੁਣ ਇਹ ਜਿਹੜੇ ਪਿਛਲੇ ਸਮੇਂ 'ਚ ਜਦੋਂ ਮੀਡੀਆ ਇੰਨਾ ਪ੍ਰਫੁੱਲਿਤ ਨਹੀਂ ਸੀਗਾ, ਜਦੋਂ ਲੋਕ ਸੀ ਜਿਹੜੇ ਉਹ ਸੋਸ਼ਲ ਮੀਡੀਆ ਨਾਲ ਜ਼ਿਆਦਾ ਨਹੀਂ ਜੁੜੇ ਸੀਗੇ, ਉਦੋਂ ਉਹਨਾਂ ਨੂੰ ਗੁੰਮਰਾਹ ਕੀਤਾ ਜਾ ਸਕਦਾ ਸੀ। ਹੁਣ ਜਿਹੜਾ ਨਵਾਂ ਕਿਸਾਨ ਹੈ, ਆ ਨਵੀਂ ਜਿਹੜੇ ਯੂਥ ਦੇ ਮੁੰਡੇ ਆ, ਇਹਨਾਂ ਨੂੰ ਸਾਰਾ ਪਤਾ ਹੈ ਕਾਨੂੰਨ। ਮੈਨੂੰ ਲੱਗਦਾ ਸ਼ਾਇਦ ਬੀਜੇਪੀ ਵਾਲਿਆਂ ਨੇ ਚੰਗੀ ਤਰ੍ਹਾਂ ਕਾਨੂੰਨ ਪੜ੍ਹਿਆ ਨਹੀਂ, ਜਾਂ ਹੋ ਸਕਦਾ ਉਹ ਖੇਤੀ ਨਾਲ ਸੰਬੰਧਿਤ ਨਹੀਂ ਗਏ। ਜੇ ਉਹ ਕਿਸਾਨੀ ਨਾਲ ਜਾਂ ਪੰਜਾਬ ਨਾਲ ਸੰਬੰਧਿਤ ਹੋਣਗੇ ਤਾਂ ਉਹ ਇਹ ਜੀ ਮੈਨੂੰ ਲੱਗਦਾ ਗੱਲ ਨਹੀਂ ਕਹਿਣਗੇ। ਖੇਤੀਬਾੜੀ ਦਾ ਸੁਭਮ ਇਹੀ ਬਿਆਨ ਹੈ ਵੀ ਕੁਝ ਜ਼ਿਮੀਂਦਾਰ ਸਾਡੇ ਕੋਲੇ ਆ ਕੇ ਗਏ ਆ, ਉਹਦੇ ਵੀ ਜਿਹੜਾ ਕਾਨੂੰਨ ਹੈ ਬਹੁਤ ਹੀ ਵਧੀਆ ਹੈ, ਉਹਦੇ ਬਾਰੇ ਕੀ ਕਹਿਣਾ? ਦੇਖੋ, ਖੇਤੀਬਾੜੀ ਮੰਤਰੀ ਕੋਲੇ ਜਿੰਨੀਆਂ ਸਾਡੀਆਂ 32 ਜਥੇਬੰਦੀਆਂ ਦੇ ਨੁਮਾਇੰਦੇ ਆ, ਜਿਹਦੇ ਵਿੱਚ 3 ਜਿਹੜੇ ਹੈਗੇ ਆ ਉਹ ਹਰਿਆਣੇ ਦੇ 35 ਕੁੱਲ ਆ। ਉਹ 35 ਜਿਸ ਦਿਨ ਉਹ 35 ਜਾ ਕੇ ਉੱਥੇ ਕਹਿਣਗੇ ਖੇਤੀਬਾੜੀ ਮੰਤਰੀ ਕੋਲੇ ਕਿ ਜੀ ਇਹ ਕਾਨੂੰਨ ਸਹੀ ਹੈ, ਅਸੀਂ ਉਸ ਦਿਨ ਮੰਨਾਂਗੇ। ਐਵੇਂ ਇਹ ਪਤਾ ਕੀ ਹੈ, ਜਿਹੜੀਆਂ ਸਰਕਾਰਾਂ, ਭਾਵੇਂ ਮੈਂ ਕਿਸੇ ਸਰਕਾਰ ਦਾ ਨਾਮ ਨਹੀਂ ਲੈਂਦਾ, ਇਹ ਹੁਣ ਵਿੱਚ ਪ੍ਰੋਟੈਸਟ ਦੇ ਕੁੱਦਣ ਵਾਸਤੇ ਆ ਬਹੁਤ ਗੱਲਾਂ ਕਰਦੀਆਂ। ਇਹ ਜਿਹੜੇ ਹੁਣ ਨਾ ਜਮਹੂਰੀ ਲੋਕ ਹੈ, ਜਾਗ ਗਏ ਆ, ਇਹਨਾਂ ਨੂੰ ਸਭ ਪਤਾ ਹੈ ਕੀ ਸਹੀ ਹੈ ਕੀ ਗਲਤ ਹੈ। ਇਹ ਆਪ ਦਾ ਫੈਸਲਾ ਹੁਣ ਆਪ ਕਰ ਸਕਦੇ ਆ। ਇਹ ਤਾਂ ਹੁਣ ਤਰਲੋ ਮੱਛੀ ਹੋਈ ਪਈਆਂ ਪਾਰਟੀਆਂ ਵੀ ਕਿਸੇ ਤਰੀਕੇ ਇਹਨਾਂ ਦੇ ਮੋਢੇ ਤੇ ਰੱਖ ਕੇ ਤੇ ਅਸੀਂ ਇਹਦਾ ਲਾਹਾ ਲੈ ਲਈਏ ਪ੍ਰੋਟੈਸਟ ਦਾ ਵੀ ਅਸੀਂ ਇਹ ਸਾਰਾ ਕੁਝ ਕਰ ਰਹੇ ਹਾਂ ਤੇ ਸੈਂਟਰ ਸਰਕਾਰ ਨੂੰ ਦਿਖਾ ਦਈਏ, ਜਦੋਂ ਕਿ ਇਹਦੇ ਵਿੱਚ ਕਿਸੇ ਵੀ ਪਾਰਟੀ, ਕੋਈ ਵੀ ਜਿਹੜੀ, ਭਾਵੇਂ ਉਹ ਅਕਾਲੀ ਦਲ ਹੋਵੇ, ਭਾਵੇਂ ਕਾਂਗਰਸ ਹੋਵੇ, ਕਿਸੇ ਵੀ ਪਾਰਟੀ ਨਾਲ ਰਿਲੇਟਡ ਹੋਵੇ, ਉਹ ਕੋਈ ਨਹੀਂਗਾ। ਇਹ ਤਾਂ ਆਪ ਜਮਹੂਰੀ ਲੋਕ, ਇਹ ਜਿਹੜੀਆਂ ਜਥੇਬੰਦੀਆਂ ਪਿਛਲੇ 35 40 ਸਾਲਾਂ ਤੋਂ ਸੰਘਰਸ਼ ਲੜ ਰਹੀਆਂ ਪੰਜਾਬ ਵਾਸਤੇ, ਖੇਤੀ ਵਾਸਤੇ, ਜਵਾਨੀ ਵਾਸਤੇ, ਪੰਜਾਬੀ ਵਾਸਤੇ, ਇਹ ਉਹੀ ਸਾਰੇ ਰਲੇ ਹੋਏ ਆ। ਯੂਥ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਮੈਂ ਯੂਥ ਨੂੰ ਇਹ ਕਹਿਣਾ ਕਿ ਤੁਸੀਂ ਜਿਹੜੇ ਤੁਹਾਡੇ ਬਾਪ ਦਾਦੇ ਹੈਗੇ ਆ ਸਾਰੇ, ਤੁਸੀਂ ਉਹਨਾਂ ਤੋਂ ਸੇਧ ਲਓ। ਤੁਸੀਂ ਵੇਖੋ, ਕੋਈ ਕਿਸੇ ਵੀ ਪਾਰਟੀ ਮਗਰ ਲੱਗ ਕੇ ਜਿਹੜੇ ਬੁਲਾਈਓ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਜਿਹੜਾ ਤੁਸੀਂ ਅੰਦੋਲਨ ਛੇੜਿਆ, ਉਹਦੇ ਕਹਿੰਦੇ ਹਰ ਅੰਦੋਲਨ ਦੇ ਵਿੱਚ ਇੱਕ ਗੱਲ ਜ਼ਰੂਰ ਉੱਭਰ ਕੇ ਬਾਹਰ ਆਉਂਦੀ ਹੈ ਕਿ ਤੁਹਾਡਾ ਇਤਿਹਾਸ ਅੱਜ ਸਾਰੀ ਦੁਨੀਆ ਪੜ੍ਹਨ ਤੇ ਮਜਬੂਰ ਹੋ ਗਈ ਕਿ ਆ ਉਹੀ ਪੰਜਾਬੀ ਹੈ, ਆ ਉਹੀ ਜਾਗਦੀ ਜ਼ਮੀਰ ਵਾਲੇ ਲੋਕ ਹੈ ਜਿਨ੍ਹਾਂ ਨੇ ਸਾਰੇ ਮੁਲਕ ਦੇ ਵਿੱਚ ਕਿਤੇ ਕੋਈ ਕਰੋਪੀ ਆਈ ਹੈ ਤਾਂ ਵੱਧ ਚੜ ਕੇ ਹਿੱਸਾ ਪਾਇਆ ਤਾਂ ਉਹ ਪੰਜਾਬੀਆਂ ਨੇ ਪਾਇਆ। ਤੇ ਅੱਜ ਇਸੇ ਕਰਕੇ ਜਸਵੰਤ ਸਿੰਘ ਬਲਾਕ ਪ੍ਰਧਾਨ ਬਰੀਆਲਾ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਏਕਤਾ ਜੀ। ਜੋ ਅੱਜ ਦਾ ਪ੍ਰੋਟੈਸਟ ਕੀਤਾ ਜਾ ਰਿਹਾ, ਕੀ ਕਹਿਣਾ ਇਹਦੇ ਬਾਰੇ? ਇਹ ਅੱਜ ਦਾ ਜਿਹੜਾ ਸਾਡਾ ਅੰਦੋਲਨ ਹੈ ਜੀ, ਜੋ ਮੋਦੀ ਸਰਕਾਰ ਨੇ ਕਾਲੇ ਕਾਨੂੰਨ ਪਾਸ ਕੀਤੇ ਆ, ਉਹਦੇ ਵਿਰੋਧ ਦੇ ਵਿੱਚ ਜੋ 26 ਤਰੀਕ ਤੋਂ ਅਸੀਂ ਦਿੱਲੀ ਘੇਰੀ ਹੋਈ ਆ। ਅੱਜ ਅੱਡੋ ਅੱਡੀ ਜਥੇਬੰਦੀਆਂ ਨਾਲ ਸਾਨੂੰ ਹੁਕਮ ਆਇਆ ਸੀ, ਜਿੰਨੇ ਡੀਸੀ ਦਫ਼ਤਰ ਆ ਜ਼ਿਲ੍ਹਿਆਂ ਨੇ ਉਹਨਾਂ ਨੂੰ ਘੇਰਾ ਪਾਉਣਾ, ਔਰ ਅੱਜ ਅਸੀਂ ਸ੍ਰੀ ਮੁਕਤਸਰ ਸਾਹਿਬ ਵਿਖੇ ਡੀਸੀ ਦਫ਼ਤਰ ਨੂੰ ਘੇਰਾ ਪਾਇਆ। ਔਰ ਇਹ ਸਾਡਾ ਅੰਦੋਲਨ ਆ ਜਿਹੜਾ ਦਿੱਲੀ ਜਿਹੜਾ ਚੱਲਦਾ ਉਹਨਾਂ ਚਿਰ ਚੱਲਦਾ ਰਹੂਗਾ, ਜਿੰਨਾ ਚਿਰ ਮੋਦੀ ਸਰਕਾਰ ਕਾਲੇ ਕਾਨੂੰਨ ਆ ਜਿਹੜੇ ਵਾਪਸ ਨਹੀਂ ਲੈਂਦੀ। ਕੇਂਦਰ ਦੇ ਨਾਲ ਮੀਟਿੰਗਾਂ ਕਿੰਨੀ ਹੋ ਗਈਆਂ, ਲਗਭਗ ਕਿੰਨੀਆਂ ਮੀਟਿੰਗਾਂ ਹੋ ਚੁੱਕੀਆਂ, ਹਜੇ ਤੱਕ ਕੋਈ ਸੱਟਾ ਨਹੀਂ ਨਿਕਲਿਆ, ਕੀ ਕਹਿਣਾ ਇਹਦੇ ਬਾਰੇ? ਮੀਟਿੰਗਾਂ ਇਹ ਆ ਜੀ, ਉਹ ਹਲੇ ਸਮਝਾਉਣ ਤੇ ਜ਼ੋਰ ਲਾਉਂਦੇ ਆ ਵੀ ਕਾਨੂੰਨ ਤੁਹਾਡੇ ਲਈ ਚੰਗੇ ਆ, ਪਰ ਜਿਹੜੇ ਸਾਡੇ ਆਗੂ ਆ ਇਹ ਵੀ ਪੜ੍ਹੇ ਲਿਖੇ ਹੋਣ ਕਾਰਨ ਸਾਨੂੰ ਪਤਾ ਇਹ ਕਾਨੂੰਨ ਸਾਡੇ ਲਈ ਮੌਤ ਦੇ ਵਾਰੰਟ ਆ, ਤਾਂ ਹੀ ਅਸੀਂ ਅੜੀ ਕਰੀ ਖੜੇ ਆ। ਉਹ ਸੋਹ ਤੇ ਅੜੇ ਆ, ਸਾਡੀ ਇਹ ਅੜੀ ਵੀ ਉਹਨਾਂ ਨੂੰ ਰੱਦ ਕੀਤਾ ਜਾਵੇ, ਉਹਨਾਂ ਚਿਰ ਅਸੀਂ ਦਿੱਲੀ ਨਹੀਂ ਛੱਡਾਂਗੇ। ਇੱਕ ਜਿਹੜੇ ਕਾਂਗਰਸ ਦੇ ਜਿਹੜੇ ਮੰਤਰੀ ਉਹ ਵੀ ਧਰਨੇ ਤੇ ਬੈਠੇ, ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ? ਉਹ ਤਾਂ ਜੀ ਧਰਨੇ ਤੇ ਬੈਠੇ ਆ, ਜਿਹੜੀ ਨੀਂਹ ਆ ਕਾਲੇ ਕਾਨੂੰਨਾਂ ਦੀ ਜਿਹੜੀ ਅੱਜ ਆਹ ਲਾਗੂ ਹੁੰਦੇ ਆ। 1991 ਦੇ ਵਿੱਚ ਦੇਸ਼ ਦਾ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਸੀ, ਸਿਹਤ ਮੰਤਰੀ ਮਨਮੋਹਨ ਸਿੰਘ ਸੀ, ਉਦੋਂ ਗੈਟ ਤੇ ਸਮਝੌਤੇ ਦੇ ਦਸਤਖਤ ਹੋਏ ਆ। ਇਹ ਨੀਂਹ 1991 ਦੇ ਵਿੱਚ ਰੱਖੀ ਗਈ ਆ, ਕਾਂਗਰਸ ਦੇ ਮੌਕੇ ਰੱਖੀ ਗਈ ਆ। ਜਿਹੜੇ ਅੱਜ ਇਹ ਪਖੰਡ ਕਰਦੇ ਆ, ਪਹਿਲਾਂ ਵੀ ਇਹਨਾਂ ਨੇ ਪਖੰਡ ਕੀਤੇ ਆ। ਟਰੈਕਟਰ ਲੈ ਕੇ ਅਸੀਂ ਜਾਂਦੇ ਆ, ਉੱਥੇ ਪਾਣੀ ਦੀਆਂ ਵਿਛਾੜਾਂ ਮਾਰੀਆਂ ਮੁੜੇ, ਪਰ ਕੋਈ ਉਹ ਸਿਆਸੀ ਚਾਲ ਖੇਡਦੇ ਆਪਦੀ। ਹੁਣ ਜਿਹੜੇ ਸਾਡੇ ਕਿਸਾਨ ਆ ਇਹ ਭੋਲੇ ਨਹੀਂ ਰਹੇ, ਹੁਣ ਇਹਨਾਂ ਨੂੰ ਘਰਾਂ 'ਚ ਆਇਆਂ ਨੂੰ ਵੀ ਜਵਾਬ ਇਹੀ ਕਹਿਣਾ ਚਾਹੁੰਦੇ ਆ ਵੀ ਸਾਡੇ ਜਿਹੜੇ ਕਿਸਾਨ ਸੀਗੇ, ਸਾਡੇ ਤੇ ਜਿਹੜੇ 3 ਆਰਡੀਨੈਂਸ ਥੋਪੇ ਗਏ ਸੀਗੇ। ਸਰਕਾਰ ਸੋਚਦੀ ਸੀਗੀ ਵੀ
ਪੰਜਾਬ ਦਾ ਜਿਹੜਾ ਕਿਸਾਨ ਆ ਤੇ ਉਹਨੂੰ ਨਹੀਂ ਪਤਾ ਲੱਗਣਾ। ਜਿਵੇਂ ਪਹਿਲਾਂ ਸਾਡੇ ਤੇ ਕਾਨੂੰਨ ਬਣਾ ਦਿੰਦੇ ਸੀ ਉਵੇਂ ਹੀ ਹੁਣ ਬਣਾ ਦਿਆਂਗੇ, ਪਰ ਹੁਣ ਦਾ ਜਿਹੜਾ ਕਿਸਾਨ ਆ ਜਾਗਰੂਕ ਹੋ ਚੁੱਕਿਆ, ਉਹ ਸਾਰਾ ਕੁਝ ਉਹਨੂੰ ਪਤਾ ਲੱਗ ਜਾਂਦਾ, ਸੋਸ਼ਲ ਮੀਡੀਆ ਤੋਂ ਪਤਾ ਲੱਗ ਜਾਂਦਾ। ਸੋ ਸਾਰੀਆਂ ਗੱਲਾਂ ਦਾ ਆਪਾਂ ਨੂੰ ਪਤਾ ਲੱਗ ਜਾਂਦਾ, ਆਪਣਾ ਸਾਰੇ ਆਰਡੀਨੈਂਸ ਬਾਰੇ ਸਾਰਾ ਆਪਾਂ ਨੂੰ ਪਤਾ ਲੱਗ ਗਿਆ ਵੀ ਇਹ ਸਾਡੇ ਤੇ ਜਿਹੜੇ ਥੋਪੇ ਗਏ ਸੀਗੇ, ਬਣਾਏ ਨਹੀਂ ਗਏ ਸੀਗੇ, ਅਬਾਨੀਆਂ ਅਡਾਨੀਆਂ ਦੇ ਇਸ਼ਾਰੇ ਤੇ ਬਣੇ ਸੀਗੇ, ਤੇ ਕਿਵੇਂ ਉਹਦੇ ਵਿੱਚ ਕੰਟਰੈਕਟ ਫਾਰਮਿੰਗ ਆ ਤੇ ਕਿਵੇਂ ਆਪਣਾ ਸ਼ੋਸ਼ਣ ਹੋਊਗਾ, ਉਹ ਸਾਰੇ ਅਸੀਂ ਪੜ੍ਹ ਲਏ। ਤੇ ਬਹੁਤ ਆਪਣੇ ਮਾੜੇ ਆ ਕਾਨੂੰਨ, ਆਪਣੇ ਗਲਾਂ ਨੂੰ ਸਿੱਧੇ ਫੰਦੇ ਆਉਂਦੇ ਆ। ਸੋ ਇਹ ਕਾਨੂੰਨ ਰੱਦ ਕਰਾਉਣ ਲਈ ਭਾਵੇਂ ਸਿਰਧੜ ਦੀ ਬਾਜੀ ਲਾਉਣੀ ਪਵੇ, ਉਹ ਅਸੀਂ ਲਾਵਾਂਗੇ। ਯੂਥ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਯੂਥ ਨੂੰ ਇਹੀ ਸੁਨੇਹਾ ਦੇਣਾ ਚਾਹੁੰਦੇ ਆ ਵੀ ਜਿਵੇਂ ਸਾਡੇ ਪੁਰਾਤਨ ਇਤਿਹਾਸ ਸੀ ਵੀ ਅਸੀਂ ਆਪਣੇ ਜਾਨਾਂ ਤਾਂ ਚਲੀਆਂ ਜਾਂਦੀਆਂ ਸੀ ਪਰ ਪਿੱਛੇ ਨਹੀਂ ਹਟਦੇ ਸੀ ਪੰਜਾਬੀ। ਸੋ ਅੱਜ ਫਿਰ ਉਹੀ ਗੱਲ ਆ ਵੀ ਭਾਵੇਂ ਸਾਡੀ ਜਾਨ ਚਲੀ ਜਾਵੇ, ਅੱਜ ਸਿਰ ਧੜ ਦੀ ਬਾਜੀ ਲੱਗੀ ਪਈ ਆ। ਸੋਧਾ ਕਰਨ ਨੂੰ ਤਾਂ ਹੁਣ ਤਿਆਰ ਹੋ ਗਏ, ਉਹ ਕਹਿੰਦੇ ਅਸੀਂ ਸੋਧਾ ਕਰ ਦਿੰਦੇ ਆ। ਜੋ ਅਸੀਂ ਇਹ ਸੰਘਰਸ਼ ਲੜਿਆ ਦਿੱਲੀ ਦੀ ਧਰਤੀ ਤੇ, ਇਹਦੇ ਬਾਰੇ ਜੋ ਸਾਡਾ ਦਿੱਲੀ ਦੇ ਵਿੱਚ ਚੱਲ ਰਿਹਾ ਪ੍ਰੋਟੈਸਟ, ਇਹ ਲੋਕਾਂ ਨੂੰ ਜਗਾਉਣ ਲਈ ਵੀ ਹੋਰ ਆ ਜਿਹੜਾ ਵੱਧ ਤੋਂ ਵੱਧ ਜਿੰਨੇ ਵੀ ਘਰਾਂ 'ਚ ਬੈਠੇ ਲੋਕ ਉਹ ਜਿਹੜੇ ਦਿੱਲੀ ਨਹੀਂ ਗਏ ਉਹ ਵੀ ਇੱਥੇ ਜਾਗਦੇ ਰਹਿਣ, ਜਾਂ ਇਹ ਜਿਹੜੀਆਂ ਲੌਸਮੈਂਟਾਂ ਹੋ ਰਹੀਆਂ ਵਾਰ-ਵਾਰ ਉਹ ਵੀ ਵੱਧ ਤੋਂ ਵੱਧ ਜਾਣ, ਤੇ ਇਹ ਜਿਹੜਾ ਉੱਥੇ ਇਕੱਠ ਨੂੰ ਜਿਹੜਾ ਜੋ ਲੋਕਾਂ ਦਾ ਹੈਗਾ ਉਹ ਵੱਧ ਤੋਂ ਵੱਧ ਹੋਰ ਇਸ ਨੂੰ ਭਾਰੀ ਕਰ ਕਿਸਾਨ ਯੂਨੀਅਨ ਵੱਲੋਂ ਭਾਜਪਾ ਨੇਤਾਵਾਂ ਦੇ ਘਰ ਵੀ ਘੇਰੇ ਜਾਣੇ ਸੀ, ਕੀ ਕਹਿਣਾ ਉਹਦੇ ਬਾਰੇ? ਭਾਜਪਾ ਨੇਤਾਵਾਂ ਦੇ ਘਰ ਘੇਰਨ ਦੀ ਹਜੇ ਰਣਨੀਤੀ ਤਿਆਰ ਹੈ, ਕਿਉਂਕਿ ਉਹ ਵਾਰ-ਵਾਰ ਮੀਟਿੰਗਾਂ ਦਾ ਸੱਦਾ ਦੇ ਰਹੇ ਹੈ। ਉਸ ਤੋਂ ਬਾਅਦ ਜੋ ਜਥੇਬੰਦੀਆਂ ਫੈਸਲਾ ਦੇਣਗੀਆਂ ਵੀ ਉਹ ਉਸ ਤੋਂ ਬਾਅਦ ਅਸੀਂ ਜਿਹੜਾ ਉਹਨਾਂ ਦੇ ਘਰ ਵੀ ਘੇਰਨ ਦੀ ਕੋਸ਼ਿਸ਼ ਕਰਾਂਗੇ। ਇੱਕ ਜਿਹੜੇ ਕਾਂਗਰਸ ਵੱਲੋਂ ਮੰਨ ਲਓ ਤੁਹਾਡਾ ਸਮਰਥਨ ਦਿੱਤਾ ਜਾ ਰਿਹਾ ਧਰਨੇ ਤੇ ਬੈਠੇ ਜਿਹੜੇ ਕਾਲੇ ਕਾਨੂੰਨ ਹੈ ਇਹ ਅਸੀਂ ਰੱਦ ਕਰਾਉਣਾ ਚਾਹੁੰਦੇ ਹਾਂ, ਉਹ ਆਨੇ ਸੋਧ ਕਰ ਦਿਓ, ਪਰ ਅਸੀਂ ਇਹ ਪੂਰਨ ਤੌਰ ਤੇ ਇਹ ਅਸੀਂ ਰੱਦ ਹੀ ਕਰਾਉਣਾ ਚਾਹੁੰਦੇ ਹਾਂ। ਕੱਲ੍ਹ ਨੂੰ ਕੋਈ ਹੋਰ ਸਰਕਾਰ ਆ ਕੇ ਉਸ ਕਾਨੂੰਨ ਦੇ ਵਿੱਚ ਕੋਈ ਫੇਰ ਲਾਗੂ ਕਰ ਦੇ, ਇਹ ਅਸੀਂ ਸਾਰੇ ਰੱਦ ਕਰਾ